महक वतन दी लाइव वैब टीवी ਨਾਲ जुड़े हुए प्यारे दर्शकों, ढाडी साधु सिंह धम्मू की बुलाई हुई फतेह प्रवान करियो। वाहिगुरू जी का खालसा, वाहिगुरू जी की फतेह। आज साडे महक वतन दी लाइव वैब टीवी के स्टूडियो में साडे नाल हाजिर ने सिख धर्म के महान विद्वान कथावाचक भाई साहब भाई नरमल सिंह जी धूलकोट वाले, ਜਿਹੜੇ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ, ਜਿਨ੍ਹਾਂ ਤੁਸੀਂ ਆਮ ਗੁਰੂ ਰਾਮਦਾਸ ਜੀ ਮਹਾਰਾਜ ਦੀ ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚੋਂ ਤੇ ਕਦੇ ਤੁਸੀਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਤੋਂ ਲਾਈਵ ਸੁਣਦੇ ਹੋ। ਅੱਜ ਸਾਡੇ ਸਟੂਡੀਓ 'ਚ ਪਹੁੰਚੇ ਨੇ ਗਿਆਨੀ, ਸਾਡੇ ਸਟੂਡੀਓ 'ਚ ਪਹੁੰਚਣ ਦੇ ਉੱਤੇ ਸਾਡੀ ਪੂਰੀ ਟੀਮ ਵੱਲੋਂ ਆਪ ਜੀ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਨਰਮਲ ਸਿੰਘ ਜੀ, ਤੁਹਾਡੀ ਇੱਕ ਜਿਹੜੀ ਜਾਣ ਪਛਾਣ ਹੈ ਉਹ ਆਮ ਕੱਲੇ ਪੰਜਾਬ ਤੋਂ ਉੱਪਰ ਇੰਡੀਆ ਤੋਂ ਉੱਪਰ ਪੂਰੇ ਵਰਲਡ ਦੇ ਵਿੱਚ ਹੈ, ਇੰਟਰਨੈਸ਼ਨਲ ਪੱਧਰ ਦੇ ਉੱਤੇ ਹੈ। ਕਥਾਵਾਚਕ ਦੇ ਤੌਰ ਦੇ ਉੱਤੇ ਤੁਸੀਂ ਇਹ ਕਥਾਕਾਰ ਦੀ ਜੋ ਸੇਵਾ ਹੈ ਕਦੋਂ ਤੋਂ ਸ਼ੁਰੂ ਕੀਤੀ, ਤੁਹਾਡੇ ਉਸਤਾਦ ਕੌਣ ਹੈ ਤੇ ਕਿੱਥੇ ਕਿੱਥੇ ਤੁਸੀਂ ਕਿਹੜੇ ਨਾਮ ਸਟੇਜਾਂ ਦੇ ਉੱਤੇ ਨਾਮਵਰ ਸਟੇਜਾਂ ਦੇ ਉੱਤੇ ਸੇਵਾ ਨਿਭਾ ਚੁੱਕੇ ਹੋ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਮਹਿਕ ਵਤਨ ਦੀ ਵੈਬਸਾਈਟ ਵੈਬ ਟੀਵੀ ਤੇ ਆਪ ਵੱਲੋਂ ਸੰਗਤਾਂ ਦੇ ਰੂਬਰੂ ਕਰਾਉਣ ਤੇ ਆਪ ਸਭ ਦਾ ਧੰਨਵਾਦ ਕਰਦਾ। ਸਤਿਗੁਰੂ ਅੱਗੇ ਅਰਦਾਸ ਕਰਦਾ ਆਪ ਜੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਕੇ ਗੁਰਮਤਿ ਗੁਰਬਾਣੀ ਦੀ ਲੋਕਾਂ ਦੀ ਗੱਲ ਸੰਗਤਾਂ ਤੱਕ ਦੁਨੀਆ ਤੱਕ ਪਹੁੰਚਾਉਂਦੇ ਰਹੋ। ਜਿੱਥੋਂ ਤੱਕ ਕਿ ਮੇਰੀ ਗੱਲ ਹੈ ਜੀ, ਮੈਂ ਕਾਲਜ ਟਾਈਮ ਪੜ੍ਹਦੇ ਹਾਂ 93, 4, 5 ਤੱਕ IT ਵਗੈਰਾ ਕਰਦੇ ਹਾਂ, ਇਸ ਪਾਸੇ ਤੁਰਿਆ। ਪਰ ਪਿਛੋਕੜ ਆ ਜਿਹੜਾ ਸਾਡਾ ਉਹ ਪਰਿਵਾਰਕ ਤੌਰ 'ਤੇ ਹੀ ਚੌਥੀ ਪੀੜ੍ਹੀ ਹੋ ਗਈ ਕਹਿ ਲਈਏ। ਘਰ ਵਿੱਚ ਜਦੋਂ ਅਸੀਂ ਨਿੱਕੇ ਹੁੰਦੇ ਸਾਂ, ਇਹ ਸਾਂਝਾ ਘਰ ਸੀ, ਪਿਤਾ ਜੀ ਹੋਣੀ 5 ਭਰਾ ਸਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਣਾ, ਕਦੇ ਤਾਬਿਆ ਬੈਠਣਾ, ਨਮਸਕਾਰ ਕਰਨੀ, ਜਾਂ ਇਹ ਵੀ ਸੱਚਾਈ ਹੈ ਕਿ ਬਾਣੀ ਸੁਣ ਕੇ ਆਪਣੇ ਤੌਰ 'ਤੇ ਹੀ ਪਹਿਲਾਂ ਬਿਨਾਂ ਸੰਥਿਆ ਤੋਂ ਬਾਣੀ ਪੜ੍ਹਨ ਦਾ ਜਿਵੇਂ ਚਾਅ ਹੁੰਦਾ ਬਚਪਨ ਵਿੱਚ, ਉਹਦੇ ਨਾਲ ਲੱਗੀ ਹੋਈ ਲੱਗਣ ਜਦੋਂ ਪਰਿਵਾਰ ਵੱਖਰੇ ਹੋ ਗਏ ਤੇ ਕਿਸੇ ਨਾ ਕਿਸੇ ਤਰੀਕੇ ਜਿਵੇਂ ਪਿੰਡਾਂ ਵਿੱਚ ਪੁਰਾਣੇ ਟਾਈਮਾਂ 'ਚ ਜਪਜੀ ਸਾਹਿਬ ਦੀਆਂ ਡਿਊਟੀਆਂ ਲਾਉਂਦੇ ਸਾਂ ਅਤੇ ਉੱਥੋਂ ਇਹ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਚਾਲ ਬਣੀ, ਜਿੱਥੇ ਬਚਪਨ ਵਿੱਚ ਵੀ ਇੱਕ ਮੇਰੇ ਲਈ ਇਹ ਆਪਾਂ ਕਹਿ ਲਈਏ ਕੁਝ ਮਾਇਆ ਮਿਲਦੀ ਸੀ। ਉਹਨਾਂ ਟਾਈਮਾਂ 'ਚ ਬੜੀ ਜ਼ਰੂਰਤ ਹੁੰਦੀ ਸੀ। ਆਪਾਂ 83, 4, 84, 5 ਤੋਂ ਬਾਅਦ ਜਿਹੜਾ ਸਮਾਂ ਰਿਹਾ ਉਹਦੇ ਦਰਮਿਆਨ ਵੀ ਇਹ ਬਾਣੀ ਪੜ੍ਹਨ ਦੀ ਲਗਨ ਲੱਗੀ ਰਹੀ। ਜਦੋਂ ਮੈਂ ਸਮਝਦਾ ਚਾਹੇ ਉਦੋਂ ਇਕੱਲਾ ਜਪਜੀ ਸਾਹਿਬ ਪੜ੍ਹਦੇ ਸੀ, ਪਰ ਉਹਦੇ ਨਾਲ ਸਾਡੀ ਬੈਠ ਕੇ ਜਿਹੜੀ ਆਪਣੀ ਬਹਿਣ ਦਾ ਜਿਹੜਾ ਸੁਭਾਅ ਬਣ ਗਿਆ। ਉਦੋਂ ਸਮਾਂ ਅੱਗੇ ਚੱਲਿਆ, ਆਪਾਂ ਗੱਲ ਨੇੜੇ ਕਰ ਲਈਏ। ਮੈਂ 10+2 ਕੀਤੀ, ITI ਗਿਆ, ਉੱਥੇ ਨਾਲ ਇੱਕ ਰੁਚੀ ਸੀ ਗੁਰਬਾਣੀ ਪੜ੍ਹਨ ਦੀ। ਪਰ ਇਹ ਵੀ ਸੱਚਾਈ ਹੈ ਕੁਝ ਟਾਈਮ ਕੇਸ ਵੀ ਕਤਲ ਕਰਵਾਏ ਕਾਲਜ ਟਾਈਮ ਜਦੋਂ ਆ ਗਏ, ਜਾਂ ਜਿਹੜਾ ਇਲਾਕੇ ਦਾ ਮਾਹੌਲ ਐਸਾ ਸੀ 91, 2, 3 ਵਿੱਚ ਕੋਈ ਸਬੱਬ ਬਣ ਗਿਆ, ਪਰ ਫਿਰ ਵੀ ਗੁਰਬਾਣੀ ਨਾਲ ਜੁੜੇ ਰਹੇ। ਸਭ ਤੋਂ ਵੱਡੀ ਗੱਲ ਸੀ ਕਈ ਵਾਰੀ ਗੁਰਬਾਣੀ ਜਾਂ ਜਿਹੜੀ ਪੁਸਤਕ ਜਿਹੜਾ ਮੇਰਾ ਸਭ ਤੋਂ ਸੁਭਾਅ ਰਿਹਾ ਬਚਪਨ ਤੋਂ ਲੈ ਕੇ, ਜਿਹੜੀ ਪੁਸਤਕ ਮੈਨੂੰ ਵਧੀਆ ਲੱਗ ਜਾ, ਜਿੰਨੀ ਦੇਰ ਉਹ ਖਤਮ ਨਹੀਂ ਹੁੰਦੀ ਉਹਨੂੰ ਪੜ੍ਹੇ ਬਿਨਾਂ ਨਹੀਂ ਮੈਂ ਸੁਣ ਸਕਦਾ, ਜਿੰਨਾ ਚਿਰ ਉਹਦਾ ਰਿਜ਼ਲਟ ਨਹੀਂ ਆਪਾਂ ਨੂੰ ਪਤਾ ਲੱਗਦਾ ਇਹਦੇ ਵਿੱਚ ਕੀ ਹੈ। ਇਵੇਂ ਕੋਈ ਇਤਿਹਾਸਕ ਘਟਨਾ ਜਿੰਨੀ ਦੇਰ ਉਹਦੀ ਗੁੰਝਲ ਨਹੀਂ ਖੁੱਲ੍ਹਦੀ, ਜਿੰਨਾ ਚਿਰ ਉਹਦਾ ਪੂਰਾ ਰਿਜ਼ਲਟ ਨਹੀਂ ਪਤਾ ਲੱਗਦਾ, ਉਨੀ ਦੇਰ ਉਹਨੂੰ ਘੋਖਦੇ ਰਹੀਦਾ। ਮੈਂ ਸਮਝਦਾ ਮੇਰਾ ਇਹ ਸੁਭਾਅ ਜਿਹੜਾ ਮਾਲਕ ਨੇ ਬਣਾਇਆ ਉਹਨੇ ਮੈਨੂੰ ਇਸ ਪਾਸੇ ਤੋਰਿਆ। ਫਿਰ ਇਸੇ ਸਮੇਂ ਦੇ ਦਰਮਿਆਨ ਜਦੋਂ ਇਹ +2 ਤੋਂ ਬਾਅਦ ਸਮਾਂ ਬਣਿਆ, ਪੜ੍ਹਨ ਤੋਂ ਬਾਅਦ ਨਾਲ ਸੰਥਿਆ ਦੀ ਜਿਹੜੀ ਸੇਵਾ ਸੀ ਉਹ ਆਪਣੇ ਨਗਰ ਬਾਬਾ ਜਸਵੀਰ ਸਿੰਘ ਜੀ ਹੋਰੀ ਉਹ ਸੇਵਾ ਨਿਭਾਉਂਦੇ ਸਨ ਅਤੇ ਉਹਨਾਂ ਦੇ ਕੋਲ ਕਾਫੀ ਸਿੰਘ ਰਹਿੰਦੇ ਸਨ। ਉੱਥੋਂ ਸੰਥਿਆ ਦਾ ਸੁਭਾਗ ਵੀ ਬਣਿਆ। ਸੰਥਿਆ ਦੇ ਨਾਲ ਕੁਝ ਵਿਦਿਆਲੇ, ਕੁਝ ਸੰਸਥਾਵਾਂ, ਜਿਵੇਂ ਹੁਣ ਕੈਂਪ ਚੱਲਦੇ ਉਦੋਂ ਇਹ ਬਹੁਤ ਘੱਟ ਹੁੰਦੇ ਸੀ, ਪਰ ਫਿਰ ਵੀ ਮੈਂ ਜਦੋਂ ਇਸ ਪਾਸੇ ਨੂੰ ਵੇਖਦਾ ਤੇ ਕਾਫੀ ਉਦੋਂ ਕੈਂਪ ਸਾਨੂੰ ਇਸ ਸੰਬੰਧ ਵਿੱਚ ਲਾਏ ਜਾਂਦੇ ਸੀ, ਗੁਰਬਾਣੀ ਕਿਵੇਂ ਘੱਟ ਕਰਨੀ, ਕਿੱਦਾਂ ਇਹ ਕਰਨਾ। ਉੱਥੋਂ ਫਿਰ ਨਾਲ ਕਥਾ ਦੀ ਰੁਚੀ ਪੈਦਾ ਹੋਈ। ਸਿਖਾਉਣ ਵਾਲਾ ਇੱਕ ਉਸਤਾਦ ਸੀ, ਉਹ ਚਾਹੁੰਦੇ ਸਨ ਆਪਾਂ ਕੀਰਤਨ ਵਾਲੇ ਪਾਸੇ ਆਈਏ, ਅਤੇ ਸਵਾਬ ਐਸਾ ਬਣਿਆ ਕਿ ਕੀਰਤਨ ਵਾਲੇ ਪਾਸੇ ਮੈਂ ਨਹੀਂ ਜਾ ਸਕਿਆ। ਉਹਦਾ ਮੁੱਢਲਾ ਕਾਰਨ ਵੀ ਜਿਹੜੀਆਂ ਸੰਗਤਾਂ ਸੁਣਦੀਆਂ ਉਹ ਸਮਝ ਸਕਣਗੀਆਂ, ਕਿਉਂਕਿ ਕੁਦਰਤੀ ਆਵਾਜ਼ ਵਿੱਚ ਜਿਹੜਾ ਬੇਸ ਤੁਹਾਡਾ ਭਾਰਾਪਣ ਹੋਣਾ ਉਹ ਤੁਹਾਨੂੰ ਸੰਗੀਤ ਵਾਲੇ ਪਾਸੇ ਚਾਹੁੰਦੇ ਨਹੀਂ ਜਾਣ ਦਿੰਦਾ। ਉਸ ਕਰਕੇ ਅਤੇ ਦੂਜਾ ਸੀ ਸਵਾਬ ਜਾਂ ਕਹੋ ਮਾਲਕ ਨੇ ਉਹਦੀ ਇਹ ਦਾਤ ਹੈ ਜਿਹੜੀ ਉਹਨੇ ਬ੍ਰੇਨ ਦੀ ਮੈਮੋਰੀ ਦਿੱਤੀ। ਕਿਸੇ ਚੀਜ਼ ਨੂੰ ਇੱਕੋ ਵਾਰੀ ਪੜ੍ਹ ਕੇ ਲਾਸਟ ਇਹ ਸੱਚਾਈ ਹੈ, ਜਿਵੇਂ 2 ਵਾਰੀ ਤੋਂ ਬਾਅਦ ਕਦੇ ਕੋਈ ਚੀਜ਼ ਨਹੀਂ ਪੜ੍ਹੀ, ਉਸ ਤੋਂ ਬਾਅਦ ਮੈਨੂੰ ਯਾਦ ਹੋ ਜਾਂਦੀ। ਔਰ ਲੰਮਾ ਟਾਈਮ ਜਦੋਂ ਵੀ ਉਹਨੂੰ ਆਪਾਂ ਕਈ ਰਿਕਾਰਡ 'ਚੋਂ ਕੱਢ ਲਈਦਾ, ਬ੍ਰੇਨ 'ਚੋਂ, ਮੈਮਰੀ 'ਚੋਂ ਕਹਿ ਦਈਦਾ।
ਇੱਦਾਂ ਹੀ ਸਮਾਂ ਚੱਲਦਾ ਰਿਹਾ। ਇਹਦੇ ਸਮੇਂ ਦੇ ਦਰਮਿਆਨ ਮੈਂ ਕੁਝ ਸਮਾਂ ਪ੍ਰਾਈਵੇਟ ਜੋਬ ਵੀ ਕੀਤੀ ਟਰਾਂਸਪੋਰਟ ਮਹਿਕਮੇ ਅੰਦਰ। ਉਹਦੇ ਨਾਲ ਪਰ ਇਹ ਜਿਹੜੀ ਰੁਚੀ ਸੀ ਇਹ ਬਣੀ ਗਈ। 3 ਤੋਂ 4 ਸਾਲ ਜੀ ਲਗਭਗ ਕਹਿ ਲਓ 98 ਤੋਂ ਲੈ ਕੇ 2001 ਜਾਂ 2 ਤੱਕ 4 ਸਾਲ ਆਪਾਂ ਨਿਸ਼ਕਾਮ ਪਿੰਡਾਂ ਵਿੱਚ ਕੀਰਤਨ ਕਥਾ ਦੀ ਡਿਊਟੀ ਨਿਭਾਈ, ਜਿਹਦੇ ਵਿੱਚ ਅਸੀਂ ਕੋਈ ਵੀ ਮਾਇਆ ਨਾ ਮੋਹ ਲਈ ਨਾ ਸੰਗਤ ਲੈਂਦੇ ਸੀ। ਉਦੋਂ ਕਾਰਨ ਸੀ ਛੋਟੀ ਇੱਕ ਨਾਲ ਜੋਬ ਕਰਦੇ ਸਾਂ। ਮੈਨੂੰ ਇੱਕ ਐਸਾ ਬਜ਼ੁਰਗ ਮਿਲਿਆ ਜਿਹੜਾ ਮੈਨੂੰ ਅੱਜ ਤੱਕ ਭੁੱਲਦਾ ਨਹੀਂ। 2002 ਵਿੱਚ ਉਹਨੇ ਮੈਨੂੰ ਇੱਕ ਗੱਲ ਕਹੀ, ਕੋਈ ਘਟਨਾ ਇਤਿਹਾਸ ਦੀ। ਉਹਨੇ ਕਿਹਾ ਵੀ ਨਹੀਂ ਜੀ ਇੱਦਾਂ ਇੱਦਾਂ। ਉਹ ਮਾਲਕ ਨੇ ਮੈਥੋਂ ਸੇਵਾ ਲਈ ਕਾਫੀ ਗੁਰਸਿੱਖ ਸੀ, ਤੇ ਮੈਂ ਉਹਨੂੰ ਕਿਹਾ ਵੀ ਨਹੀਂ ਇੱਦਾਂ ਨਹੀਂ, ਇੱਦਾਂ ਹੋ ਸਕਦਾ। ਤੇ ਉਹਨਾਂ ਦੀ ਉਹ ਇੰਨੀ ਜਥੀ ਬਜ਼ੁਰਗ ਨੇ ਇੱਕ ਮੈਨੂੰ ਗੱਲ ਕਹੀ, ਕਹਿੰਦਾ ਤੂੰ ਕਿਹੜੇ ਕੰਮ 'ਚ ਪਿਆ ਹੋਇਆ ਵੀ 5-4 ਹਜ਼ਾਰ ਦੀ ਜੋਬ ਲਈ ਤੇ ਐਡਾ ਵੱਡਾ ਗੁਰਬਾਣੀ ਜਾਂ ਇਤਿਹਾਸ ਦਾ ਆਪਣਾ ਖਜ਼ਾਨਾ ਇਹਨੂੰ ਪ੍ਰਚਾਰੋ। ਇਹ ਅੱਜ ਜਿਵੇਂ ਅਕਸਰ ਬੰਦੇ ਦੇ ਮਾਈਂਡ 'ਚ ਹੁੰਦਾ ਸ਼ੁਰੂ ਵਿੱਚ ਸਾਰਿਆਂ ਦੇ ਆਪਣੇ ਮਨ 'ਚ ਸੀ ਵੀ ਆਪਾਂ ਇਹ ਜਾਂ ਵੀ ਇਹ ਗੁਰਬਾਣੀ ਇੱਦਾਂ ਸੰਗਤ ਅੱਗੇ ਰੱਖਣੀ ਵੇਚਣ ਵਾਲੀ ਗੱਲ, ਜਿਵੇਂ ਅੱਜ ਵੀ ਬਹੁਤ ਲੋਕ ਕਹਿ ਦਿੰਦੇ ਵੀ ਕੱਲ੍ਹ ਨੂੰ ਕੋਈ ਸ਼ਬਦ ਨਾ ਕਹਿਣ। ਉਹਨੇ ਕਿਹਾ ਨਹੀਂ, ਇਹ ਸੇਵਾ ਹੈ। ਜੇ ਗੁਰਬਾਣੀ ਵੇਚਣ ਵਾਲੀ ਗੱਲ ਹੁੰਦੀ ਫਿਰ ਗੁਰੂ ਨਾਨਕ ਸਾਹਿਬ ਨੇ ਤੇ ਕਿਰਤ ਕੀਤੀ ਹੈ। ਗੁਰੂ ਰਾਮਦਾਸ ਸਾਹਿਬ ਤੋਂ ਬਾਅਦ ਸਭ ਗੁਰੂ ਸਾਹਿਬਾਨਾਂ ਨੇ ਪ੍ਰਚਾਰ ਕੀਤਾ। ਕਿਰਤ ਤੌਰ ਤੇ ਆਪਾਂ ਨੂੰ ਉਹਨਾਂ ਦਾ ਕੋਈ ਜੀਵਨ ਨਹੀਂ ਲੱਗਦਾ। ਇਸ ਕਰਕੇ ਗੁਰਬਾਣੀ ਪ੍ਰਚਾਰ ਨੂੰ ਵੀ ਤੁਸੀਂ ਸੇਵਾ ਤੌਰ ਤੇ ਕਰ ਸਕਦੇ ਹੋ। ਤੇ ਉਹਨਾਂ ਦਾ ਕਿਹਾ ਹੋਇਆ ਨੁਕਤਾ ਮੈਨੂੰ ਅੱਜ ਤੱਕ ਚੇਤੇ ਹੈ ਵੀ ਤੁਸੀਂ ਇੱਕ ਗੱਲ ਪੱਕੀ ਕਰੋ ਵੀ ਜੋ ਤੁਹਾਨੂੰ ਸੰਗਤ ਵੱਲੋਂ ਮਿਲ ਜਾਏ ਉਹਦੇ 'ਚ ਖੁਸ਼ ਰਹੋ, ਫਿਰ ਇਹ ਸੇਵਾ ਹੀ ਰਵੇ। ਫਿਰ ਇਹ ਗੁਰਬਾਣੀ ਵੇਚਣ ਜਾਂ ਰੁਜ਼ਗਾਰ ਵਾਲੀ ਗੱਲ ਨਹੀਂ ਰਹੇਗੀ। ਤੁਸੀਂ ਇਹ ਨਾ ਭਾਵਨਾ ਬਣਾਓ ਜੇ ਸੰਗਤ ਉਹਨੂੰ 2000 ਦੇਣੀ ਤੁਸੀਂ 5 ਦੀ ਸ਼ਰਤ, ਫਿਰ ਇਹ ਸੇਵਾ ਹੋ ਸਕਦੀ ਹੈ। ਤੇ ਅੱਜ ਤੱਕ ਭਾਈ ਸਾਹਿਬ ਜੀ 18 ਸਾਲ ਹੋ ਚੱਲੇ 2002 ਤੋਂ ਲੈ ਕੇ। ਫਿਰ ਆਪਾਂ ਇਸੇ ਚੀਜ਼ ਨੂੰ ਬਾਹਰ ਅੰਦਰ ਦੇਸ਼ਾਂ ਵਿਦੇਸ਼ਾਂ ਅੰਦਰ ਜਿਹੜਾ ਆਪਣਾ ਪਰਣ ਕੀਤਾ ਹੋਇਆ, ਜੋ ਸੰਗਤ ਦਿੰਦੀ ਉਹਦੇ ਵਿੱਚ ਖੁਸ਼ ਰਹੀਦਾ। ਪਰ ਇਹਦੇ ਨਾਲ ਮੈਂ ਜਿਹੜੇ ਕੋਰਸਪੋਂਡੈਂਸ ਕੋਰਸ ਵੀ 2-3 ਕੀਤੇ ਨੇ, ਚਾਹੇ ਉਹ ਯੂਨੀਵਰਸਿਟੀਆਂ ਦੇ ਨੇ, ਚਾਹੇ ਉਹ ਮਿਸ਼ਨਰੀ ਕਾਲਜ ਦਾ ਸੀ, ਜੋ ਸਿੱਖ ਮਿਸ਼ਨਰੀ ਕਾਲਜ ਦਾ ਚੱਲਦਾ ਜਿਹੜਾ ਫੀਲਡਗੰਜ ਵਾਲਾ, ਜਿਹਨੇ ਕੌਮ ਅੰਦਰ ਕਾਫੀ ਇਹ ਰੁਚੀ ਪੈਦਾ ਕੀਤੀ ਹੈ। ਇਹਦੇ ਨਾਲ ਹੋਰ ਵੀ ਯਤਨ ਕਰਕੇ ਤੇ ਸਭ ਤੋਂ ਵੱਡੀ ਰੁਚੀ ਪੈਦਾ ਹੋਈ ਕਿਉਂਕਿ ਜਿਹੜੇ ਸਾਡੀਆਂ ਟਕਸਾਲਾਂ ਸੰਪਰਦਾਵਾਂ ਜਾਂ ਕਾਲਜ ਉਹ ਇੱਕੋ ਚੀਜ਼ ਪੈਦਾ ਕਰਦੀਆਂ, ਤੁਹਾਨੂੰ ਰਾਹ ਵਿਖਾਉਂਦੀਆਂ ਵੀ ਆਹ ਰਾਹ ਇੱਧਰ ਨੂੰ ਜਾਂਦਾ, ਤੁਰਨਾ ਤੁਸੀਂ ਆਪ। ਕੋਈ ਕਾਲਜ ਵਿਦਿਆਲਾ ਸੰਸਥਾ ਤੁਸੀਂ ਜਿੱਥੋਂ ਵੀ ਪੜ੍ਹੋਗੇ ਉਹ ਤੁਹਾਨੂੰ ਸਾਰਾ ਕੁਝ ਨਹੀਂ ਪੜ੍ਹਾ ਸਕਦਾ। ਲੜੀਵਾਰ ਤੇ ਆਪਾਂ ਸੰਥਿਆ ਕਰਨਾ ਚਾਹੀਏ, ਗੁਰੂ ਗ੍ਰੰਥ ਸਾਹਿਬ 3 ਸਾਲ ਤੇ ਫਿਰ ਵੀ ਲੱਗਦੇ, ਤੇ 3 ਸਾਲ 'ਚ ਫਿਰ ਕਿਹੜਾ ਪ੍ਰਚਾਰ ਪਿਆਰ। ਇਸ ਕਰਕੇ ਉਹ ਤੋਂ ਬਾਅਦ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ, ਤਕਰੀਬਨ ਪੁਰਾਤਨ ਸਰੂਪ, ਫਿਰ ਸ਼੍ਰੀ ਦਸਮ ਗ੍ਰੰਥ, ਫਿਰ ਗੁਰਪ੍ਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼, ਜਾਣੀ ਆਪਣੇ ਤੌਰ ਤੇ ਉਹਨਾਂ ਨੂੰ ਵਾਚ ਕੇ ਜਿੱਥੋਂ ਨਹੀਂ ਸੀ ਪਤਾ ਲੱਗਦਾ ਕੌਮ ਦੇ, ਹੌਲੀ ਹੌਲੀ ਵਿਦਵਾਨਾਂ ਨਾਲ ਪਿਆਰ ਬਣਦਾ ਰਿਹਾ, ਜਿਨ੍ਹਾਂ ਤੋਂ ਮੈਂ ਕਾਫੀ ਸੇਧ ਲਈ। ਅਜੇ ਵੀ ਬੜੀਆਂ ਸਟੇਟਾਂ ਅੰਦਰ ਐਸੇ ਗੁਰਸਿੱਖ ਨੇ ਮੇਰੇ ਨਾਲ ਜੁੜੇ ਹੋਏ, ਜਿਹੜੇ ਮੈਂ ਇਹ ਸ਼ਬਦ ਕਹਾਂਗਾ ਵੀ ਕੁਝ ਸਿੱਖ ਪਰਿਵਾਰਾਂ 'ਚੋਂ ਵੀ ਨਹੀਂ। ਇੱਕ ਬਜ਼ੁਰਗ ਨੇ ਭਾਰਤ ਤੋਂ, ਬੜੇ ਸਤਿਕਾਰਯੋਗ ਨੇ, ਹਿੰਦੂ ਪਰਿਵਾਰ 'ਚੋਂ ਨੇ, ਪਰ ਗੁਰਬਾਣੀ ਬਾਰੇ ਉਹਨਾਂ ਕੋਲੇ ਅਥਾਹ ਗਿਆਨ। ਇਸ ਲਈ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਿੱਖ ਬਣਾਇਆ ਤੇ ਅਸੀਂ ਜ਼ਿੰਦਗੀ ਦੇ ਅਖੀਰਲੇ ਪਲ ਤੱਕ ਸਿੱਖ ਦੇ ਰਹਿਣਾ। ਇਸ ਲਈ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਜਿੱਥੇ ਗੱਲ ਲਿਆਉਣੀ ਚਾਹੁੰਦਾ ਵੀ ਮੈਂ ਸਿੱਖ ਕੇ ਤੁਰੇ, ਮੈਂ ਤਾਂ ਸਿੱਖ ਰਿਹਾ। ਇੱਥੋਂ ਤੱਕ ਇਹ ਗੱਲ। ਇਹ ਤੁਸੀਂ ਕਿਹੜੀਆਂ ਸਟੇਜਾਂ ਦੇ ਉੱਤੇ ਸੇਵਾ ਨਿਭਾ ਚੁੱਕੇ ਹੋ ਇੰਡੀਆ ਤੇ ਇੰਡੀਆ ਤੋਂ ਬਾਹਰ? ਇੰਡੀਆ ਵਿੱਚ ਵੀ ਹੁਣ ਜੇ ਆਪਾਂ ਗਿਣ ਲੱਗ ਜਾਈਏ ਤਾਂ ਫਿਰ ਤਾਂ ਬਹੁਤ ਲੰਮੀ ਚੌੜੀ ਲਿਸਟ ਹੋ ਜਾਂਦੀ। ਪੰਜਾਬ 'ਚ ਤਾਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਜਿਵੇਂ 98 ਤੋਂ ਲੈ ਕੇ 2002 ਤੱਕ ਤਾਂ ਬੜੀ ਨਿਸ਼ਕਾਮ ਸੇਵਾ ਨਿਭਾਈ, ਜਿਹਦੇ ਅੰਦਰ ਕਾਫੀ ਗੁਰਸਿੱਖ ਵੀ ਨਾਲ ਚੱਲਦੇ ਰਹੇ। ਆਪਾਂ ਪਿੰਡਾਂ ਜਾ ਕੇ ਉਹ ਤੋਂ ਬਾਅਦ ਹੌਲੀ ਹੌਲੀ ਜਦੋਂ ਇੱਧਰਲੇ ਪਾਸੇ ਆਏ, ਫਿਰ ਮੈਂ ਲੰਮਾ ਟਾਈਮ ਜਿਹੜੀ ਸੇਵਾ ਉਹ ਤਕਰੀਬਨ 2.5-3 ਸਾਲ ਗੁਰਦੁਆਰਾ ਖਾਲਸਾ, ਗੁਰਦੁਆਰਾ ਫਿਰੋਜ਼ਪੁਰ ਛਾਉਣੀ, ਹੈੱਡ ਗ੍ਰੰਥੀ ਕਥਾਵਾਚਕ ਤੌਰ ਤੇ ਨਿਭਾਈ। ਮੋਹਾਲੀ ਸਾਚਾ ਧਾਨ ਵੀ ਸੇਵਾ ਕਰਨ ਜਦੋਂ ਕੋਈ ਗੁਰਸਿੱਖ ਛੁੱਟੀ ਜਾਂਦਾ ਸੀ ਉਹ ਵੀ ਸੱਦਦੇ ਰਹੇ। ਜਿਹੜੀ ਪੱਕੀ ਸੇਵਾ ਨਿਭਾਈ ਉਹ ਜ਼ਿਆਦਾ ਖਾਲਸਾ ਗੁਰਦੁਆਰਾ ਫਿਰੋਜ਼ਪੁਰ ਛਾਉਣੀ ਨਿਭਾਈ। ਇਹਦੇ ਨਾਲ ਜਿਵੇਂ ਕਥਾ ਦੀ ਸੇਵਾ ਤੁਰ ਫਿਰ ਕੇ ਉਹਦਾ ਫਿਰ ਪੰਜਾਬ ਦਾ ਹਰੇਕ ਪਿੰਡ, ਰਾਜਸਥਾਨ ਦਾ ਇਲਾਕਾ, ਜੈਪੁਰ ਤੱਕ, ਇੱਧਰ ਸਾਰਾ ਜਿਹੜਾ ਆਪਾਂ ਪਦਮਪੁਰ, ਗੰਗਾ ਨਗਰੇ ਤੋਂ ਅੱਗੇ ਦਾ ਇਲਾਕਾ, ਦੂਜੀਆਂ ਸਟੇਟਾਂ ਫਿਰ ਦਿੱਲੀ, ਆਗਰਾ, ਰਾਏਪੁਰ, ਇੰਦੌਰ ਤੇ ਨਾਗਪੁਰ, ਅੱਗੇ ਫਿਰ ਆਪਾਂ ਜਗਦਲਪੁਰ ਉੜੀਸਾ ਦੇ ਬਾਰਡਰ 'ਤੇ। ਇੱਦਾਂ ਸਟੇਟਾਂ ਅੰਦਰ ਕੁਝ ਜੇ ਮੈਨੂੰ ਹਜੇ ਵੀ ਭੁੱਲ ਗਈਆਂ ਹੋਣਗੀਆਂ, ਇਲਾਹਾਬਾਦ ਵਗੈਰਾ 3-4 ਵਾਰੀ। ਇਹ ਸਟੇਟ ਦੀ ਤੇ ਦੇਸ਼ ਦੀ ਗੱਲ ਹੈ। ਵਿਦੇਸ਼ਾਂ 'ਚ ਤਾਂ ਜੀ ਮੈਂ ਆਬੂ ਧਾਬੀ, ਮਸਕਟ, ਦੁਬਈ, ਹਾਂਗਕਾਂਗ, ਥਾਈਲੈਂਡ ਤੇ ਸ਼ੈਨਗਨ ਦੇ 28 ਕੰਟਰੀਆਂ ਤੋਂ 12 ਕੰਟਰੀ, ਫਰਾਂਸ, ਨਾਰਵੇ, ਸਵੀਡਨ, ਇਹ ਸਾਰੇ ਕੰਟਰੀ ਜਿਹੜੇ, ਇਟਲੀ, ਇਹਨਾਂ ਅੰਦਰ ਆਪਾਂ ਆਸਟਰੀਆ, ਵਿਆਨਾ ਅੰਦਰ, ਤੇ ਫਿਰ ਇੰਗਲੈਂਡ ਦੀਆਂ ਵੀ ਕਾਫੀ ਸਟੇਜਾਂ ਤੇ, ਫਿਰ ਆਸਟ੍ਰੇਲੀਆ ਅੰਦਰ ਮੈਲਬੌਰਨ, ਸਿਡਨੀ,
ਜਾਨੀ ਲੰਮੀ ਚੌੜੀ ਲਿਸਟ ਹੈ। ਗੁਰੂ ਸ਼ਬਦ ਦਾ ਪ੍ਰਤਾਪ ਹੈ, ਜਿੱਥੇ ਜਿੱਥੇ ਦਾਣੇ ਨੂੰ ਮਹਾਰਾਜ ਨੇ ਖੜਾਏ ਝੋਲੇ। ਧਾਰਮਿਕ ਸੇਵਾਵਾਂ ਦੇ ਨਾਲ ਨਾਲ ਤੁਸੀਂ ਸਮਾਜਿਕ ਸੇਵਾਵਾਂ ਨਿਭਾ ਰਹੇ ਹੋ। ਰੋਜ਼ ਦੀਆਂ ਅਪਡੇਟਾਂ ਦੇਖੀ ਦੀਆਂ, ਤੁਹਾਡੀਆਂ ਖਬਰਾਂ ਸੁਣੀ ਦੀਆਂ, ਖਬਰਾਂ ਪੜ੍ਹੀ ਦੀਆਂ। ਸੋਸ਼ਲ ਮੀਡੀਆ ਦਾ ਯੁੱਗ ਹੈ, ਸੋਸ਼ਲ ਮੀਡੀਆ 'ਤੇ ਤੁਹਾਡੇ ਬਹੁਤ ਸਾਰੀਆਂ ਖਬਰਾਂ ਮਿਲਦੀਆਂ ਹੈ। ਤੇ ਧਾਰਮਿਕ ਸੇਵਾਵਾਂ ਦੇ ਨਾਲ ਨਾਲ ਇਹ ਸਮਾਜਿਕ ਸੇਵਾਵਾਂ ਕਰਨ ਦਾ ਤੁਹਾਨੂੰ ਕਿਵੇਂ ਚਾਅ ਪੈਦਾ ਹੋਇਆ? ਤੇ ਗੁਰੂ ਲਾਧੋਰੇ ਸੇਵਾ ਸੁਸਾਇਟੀ ਜੋ ਤੁਸੀਂ ਇੱਕ ਤਿਆਰ ਕੀਤੀ ਹੈ, ਤੇ ਉਹ ਸੁਸਾਇਟੀ ਤਿਆਰ ਕਰਨ ਦਾ ਤੁਹਾਡਾ ਕਿਵੇਂ ਚਾਅ ਬਣਿਆ ਜਾਂ ਕਿਵੇਂ ਖਿਆਲ ਬਣਿਆ? ਇਹ ਵੀ ਭਾਈ ਸਾਹਿਬ ਦੀ ਬੜੀ ਲੰਮੀ ਚੌੜੀ ਗਾਥਾ ਹੈ। ਮੈਂ ਜਿਵੇਂ ਤੁਹਾਨੂੰ ਸ਼ੁਰੂ 'ਚ ਗੱਲ ਕੀਤੀ ਸੀ ਕਿ ਐਸਾ ਬਚਪਨ ਦਾ ਸਮਾਂ ਸੀ ਜਦੋਂ ਮਤਲਬ ਚੌਥੀ ਪੰਜਵੀਂ ਤੋਂ ਪੜ੍ਹਦੇ ਆਪਾਂ ਜਪਜੀ ਸਾਹਿਬ ਦੀਆਂ ਡਿਊਟੀਆਂ ਲਾ ਕੇ ਵੀ ਆਪਣਾ ਕੋਈ ਪੜ੍ਹਾਈ ਦਾ ਨਾ ਇੱਧਰ ਉੱਧਰ ਦਾ ਖਰਚਾ ਚਲਾਉਂਦੇ ਰਹੇ ਹਾਂ। ਤੇ ਦੂਜਾ ਪਾਸਾ ਮੈਂ ਮਹਿਸੂਸ ਕਰਦਾ ਵੀ ਹਰੇਕ ਜਿਹੜੀ ਸ਼੍ਰੇਣੀ ਹੈ ਨਾ, ਭਾਵੇਂ ਉਹ ਧਾਰਮਿਕ ਹੋਵੇ, ਸਮਾਜਿਕ ਹੋਵੇ, ਰਾਜਨੀਤਿਕ ਹੋਵੇ, ਤੁਸੀਂ ਵੇਖੋ ਉਹਨਾਂ ਦੇ ਸੰਗਠਨ ਨੇ ਕਿ ਉਹ ਆਪਣੀ ਜਮਾਤ ਨੂੰ ਬਚਾਉਣ ਲਈ ਯਤਨ ਕਰਦੇ ਆ। ਅੱਜ ਮੈਂ ਦੇਖਿਆ ਜੀ, ਭਾਵੇਂ ਆਪਾਂ 2009-10 ਤੋਂ ਲੈ ਕੇ ਨਾ ਇਹ ਸੇਵਾ ਗੁਰੂ ਸਾਹਿਬ ਲੈ ਰਹੇ ਆ, ਜਿਹਦੇ ਅੰਦਰ ਬੱਚੇ ਜਿਹੜੇ ਪੜ੍ਹਾਉਣ ਦਾ ਸਭ ਤੋਂ ਜ਼ਿਆਦਾ ਮੈਂ ਪ੍ਰੈਫਰ ਕਰਦਾ ਕਿਸੇ ਗਰੀਬ ਪਰਿਵਾਰ ਦੇ ਉਹ ਬੱਚੇ ਜਿਨ੍ਹਾਂ 'ਚ ਟੈਲੈਂਟ ਹੋਵੇ, ਉਹ ਪੜ੍ਹ ਨਾ ਸਕਦੇ ਹੋ, ਉਹਨਾਂ ਕੋਲ ਕੋਈ ਆਰਥਿਕ ਮਜਬੂਰੀ ਹੋਵੇ, ਉਹਨਾਂ ਨੂੰ ਪੜ੍ਹਾਏ। ਜਿਹਦੇ ਵਿੱਚ ਬੱਚਿਆਂ ਨੂੰ ਜੀਐਨਐਮ ਕਰਾਇਆ, ਇੱਕ ਬੱਚੀ ਨੂੰ ਐਲਐਲਬੀ ਕਰਾਈ ਹੈ, +2 ਕੀਤੀ ਹੈ, 2-3 ਲੜਕਿਆਂ ਨੇ ਕੀਤੀ ਹੈ, ਕੋਈ ਕਿੱਤਾਕਾਰੀ ਕੰਮ ਵੀ, ਜਾਣੀ 10 ਤੋਂ 15 ਤੱਕ ਬੱਚੇ ਨੇ ਜਿਹੜੇ ਉਹ ਇਹਨਾਂ ਸਮਿਆਂ 'ਚ ਪੜ੍ਹਾਏ। ਔਰ ਪੜ੍ਹਾਏ ਆਪਾਂ ਨਹੀਂ, ਆਪਾਂ ਕੇਵਲ ਇਸ਼ਾਰਾ ਕੀਤਾ ਵੀ ਆ ਬੱਚਾ ਪੜ੍ਹਨ ਦੇ ਜੋ, ਤੇ ਬਾਹਰ ਦੇ ਕਿਸੇ ਸਿੰਘ ਨਾਲ ਅਟੈਚ ਕਰਾਤਾ। ਔਰ ਅਗਲਾ ਤਰੀਕਾ ਜਿਹੜਾ ਅੱਜ ਦੁਨੀਆ ਵਰਤ ਰਹੀ ਹੈ, ਗੁਰੂ ਕਿਰਪਾ ਨਾਲ ਆਪਾਂ 2010 ਤੋਂ ਵਰਤ ਰਹੇ ਹਾਂ, ਵੀ ਜਿਹੜੇ ਪਰਿਵਾਰ ਨੂੰ ਸੇਵਾ ਦੀ ਲੋੜ ਹੈ, ਮੰਨ ਲਓ ਬੱਚੇ ਨੇ ਪੜ੍ਹਨਾ, ਅਸੀਂ ਉਹ ਜਿਹੜੇ ਸਿੰਘ ਨੇ ਸੇਵਾ ਕਰਨੀ ਹੈ, ਕੋਈ ਵਿਦੇਸ਼ ਦੇ ਨੇ ਸੰਬੰਧ ਬਣੇ ਹੋਏ, ਉਹਦਾ ਕਾਲਜ ਨਾਲ ਸਿੱਧਾ ਸੰਪਰਕ ਕਰਾ ਦਿਓ। ਉਹਨੇ ਕਾਲਜ ਨੂੰ ਸਿੱਧੀ ਫੀਸ ਜਿਹੜੀ ਪੇ ਕਰੀ ਜਾਣੀ, ਨਾ ਪਰਿਵਾਰ ਨੂੰ ਦੇਣਾ, ਨਾ ਅਸੀਂ ਕੁਛ ਲੈਣਾ। ਇਹ ਤਰੀਕਾ ਅਪਣਾਇਆ ਸੀ ਔਰ ਯਤਨ ਕੀਤਾ ਸੀ ਸੋਸ਼ਲ ਮੀਡੀਆ ਤੋਂ ਦੂਰ ਰਹੀਏ, ਵੀਡੀਓ ਵਗੈਰਾ ਤਾਂ ਕੁਛ ਨਹੀਂ ਸੀ ਪਾਇਆ, ਗੱਲ ਨਹੀਂ ਸੀ ਕੀਤੀ। ਪਰ ਸੰਗਤਾਂ ਨੇ ਉਹਨਾਂ ਇਸ ਸਮੇਂ 'ਚ ਮੰਗ ਰੱਖੀ ਵੀ ਨਹੀਂ, ਆਪਾਂ ਨੂੰ ਇਹ ਵੀ ਨਾਲ ਕਰਨਾ ਚਾਹੀਦਾ। ਔਰ ਦੇਖਿਆ ਮੈਂ ਆਪ ਖੁਦ ਕਿ ਆਪਣੇ ਕਿੰਨੇ ਗੁਰੂ ਘਰ ਅੰਦਰ ਬਾਣੀ ਪੜ੍ਹਨ ਵਾਲੇ ਲੋਕਡਾਊਨ ਦੇ ਦਰਮਿਆਨ ਪਾਠੀ ਸਿੰਘ, ਜਿਨ੍ਹਾਂ ਦਾ ਦੂਜਾ ਗੁਜ਼ਾਰੇ ਕੋਈ ਪਾਠ ਕਰਨਗੇ ਤਾਂ ਭੇਟ ਆਏਗੀ। ਔਰ ਉਹਨਾਂ ਦਾ ਕੋਈ ਕਸੂਰ ਥੋੜੀ ਹੈ ਵੀ ਜੋ ਸੰਥਿਆ ਕਰਕੇ ਬਾਣੀ ਪੜ੍ਹਨ ਲੱਗੇ ਹੈ। ਕੋਈ ਇੱਕ ਬੰਦਾ ਡਿਪਲੋਮਾ ਕਰ ਲੈਂਦਾ ਹੈ, ਕੋਈ ਟ੍ਰੇਨਿੰਗ ਕਰ ਲੈਂਦਾ ਹੈ ਸਾਲ 2 ਸਾਲ ਦੀ, ਉਹ ਤੋਂ ਬਾਅਦ ਸਰਕਾਰ ਉਹਦੀ ਜ਼ਿੰਮੇਵਾਰ ਹੋ ਜਾਂਦੀ, ਉਹਨੂੰ ਨੌਕਰੀ ਮਿਲ ਜਾਂਦੀ। ਤੇ ਸਾਡੀ ਕੌਮ ਦੀ ਜਾਂ ਸਾਡੇ ਪਾਠੀ ਸਿੰਘਾਂ ਦੇ ਹਾਲਾਤ ਉਹ ਸਾਲ 2 ਸਾਲ ਲਾ ਕੇ ਸੰਥਿਆ ਕਰਦੇ ਆ, ਭਾਵੇਂ ਉਹ 8 ਪੜ੍ਹੇ ਆ, 10 ਪੜ੍ਹੇ, ਜਿੰਨਾ ਮਰਜ਼ੀ, ਪਰ ਮਗਰੋਂ ਨੂੰ ਸੰਭਾਲਣ ਲਈ ਕੋਈ ਤਰੀਕਾ ਨਹੀਂ। ਇਸ ਸਮੇਂ ਦਰਮਿਆਨ ਆਪਾਂ ਵੇਖਿਆ ਕਈਆਂ ਸਿੰਘਾਂ ਦੇ ਘਰ ਰਾਸ਼ਨ ਵੀ ਨਹੀਂ, ਘਰਾਂ ਦੇ ਬੁਰੇ ਹਾਲਾਤ ਨੇ। ਅਸੀਂ ਇਹਨੂੰ ਇੱਕ ਸਟੈਪ ਲੈ ਕੇ ਚੱਲੇ ਭਾਈ ਸਾਹਿਬ ਜੀ। ਸਭ ਤੋਂ ਪਹਿਲਾਂ ਆਪਾਂ ਜਿਹੜੇ ਬਹੁਤ ਲੋੜਵੰਦ ਪਾਠੀ ਸਿੰਘ ਨੇ, ਗ੍ਰੰਥੀ ਨੇ ਜਿਹੜੇ ਡਿਊਟੀ ਕਰਦੇ, ਉਹ ਪਾਠੀ ਸਿੰਘਾਂ ਲਈ ਰਾਸ਼ਨ ਦਾ ਪ੍ਰਬੰਧ ਉਹ ਯਤਨ ਕਰ ਰਹੇ ਹਾਂ, ਵਿਦੇਸ਼ਾਂ ਦੀ ਸੰਗਤ ਦੇ ਤੇ ਇੱਥੋਂ ਦੀ ਸੰਗਤ ਦੇ ਸਹਿਯੋਗ ਨਾਲ। ਦੂਜਾ ਕਰ ਰਹੇ ਜਿਹੜੇ ਗ੍ਰੰਥੀ ਸਿੰਘਾਂ ਦੇ ਕੁਝ ਪਰਿਵਾਰ ਜਿਹੜੇ ਇਲਾਜ ਨਹੀਂ ਕਰਾ ਸਕਦੇ, ਉਹਨਾਂ ਦਾ ਇਲਾਜ ਸੰਗਤ ਏਡ ਜਿਹੜੀ ਇੰਗਲੈਂਡ ਦੀ ਇੱਕ ਸੰਸਥਾ ਹੈ, ਉਹਨਾਂ ਦੇ ਰਾਹੀਂ ਬਾਬਾ ਜਗਤਾਰ ਸਿੰਘ ਕਾਰਸੇਵਾ ਵਾਲੇ ਮਹਾਂਪੁਰਖਾਂ ਦਾ ਹਸਪਤਾਲ ਗੁਰੂ ਨਾਨਕ ਸੁਪਰ ਸਪੈਸ਼ਲਿਟੀ, ਉਹ ਉੱਥੋਂ ਚੱਲ ਰਿਹਾ। ਇਸ ਲਈ ਮਨ 'ਚ ਤਾਂ ਆਇਆ ਵੀ ਜੇ ਉਹਨਾਂ ਦੀ ਜਗ੍ਹਾ ਆਪਾਂ ਹੁੰਦੇ ਤੇ ਆਪਾਂ ਨੂੰ ਵੀ ਲੋੜ ਪੈਣੀ ਸੀ। ਜਿਵੇਂ ਆਪਾਂ ਕਿਸੇ ਨੂੰ ਕਹਿਣ ਤੋਂ ਸ਼ਰਮਾਉਣਾ ਸੀ ਤੇ ਸ਼ਾਇਦ ਉਹ ਵੀ ਸ਼ਰਮਾਉਂਦੇ, ਉਹ ਮੰਗ ਵੀ ਨਹੀਂ ਰਹੇ। ਇਸ ਕਰਕੇ ਆਪਾਂ ਸੋਚਿਆ ਵੀ ਸਭ ਤੋਂ ਪਹਿਲਾਂ ਜਿਹੜਾ ਰਾਸ਼ਨ ਪਹੁੰਚਾਉਣ ਦੀ ਜਿਹੜੀ ਪਾਠੀ ਸਿੰਘਾਂ ਤੱਕ ਸੇਵਾ ਕੀਤੀ ਜਾਵੇ। ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ, ਅੱਜ ਮੈਂ ਆਪਣੀ ਫੇਸਬੁੱਕ ਤੋਂ ਵੀ ਗੱਲ ਸਾਂਝੀ ਕੀਤੀ ਹੈ ਕਿ ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ ਕਿੰਨੀਆਂ ਸਭਾਵਾਂ ਬਣੀਆਂ, ਗਿਣਤੀ ਤੋਂ ਬਾਹਰ ਨੇ ਇਕੱਲੇ ਪੰਜਾਬ 'ਚ। ਬਿਲਕੁਲ ਬਿਲਕੁਲ ਠੀਕ ਹੈ ਜੀ। ਔਰ ਮੈਂ ਇਹ ਬੇਨਤੀ ਕੀਤੀ ਹੈ, ਤੁਹਾਡੇ ਮਾਧਿਅਮ ਰਾਹੀਂ ਵੀ ਪਿਆਰ ਨਾਲ ਕਰਦਾ, ਕਿਸੇ ਤੇ ਕੁਝ ਗਿਲਾ ਨਹੀਂ, ਔਰ ਨਾ ਇਹ ਹੀ ਮੈਂ ਅੰਦਰੋਂ ਕਹਿ ਰਿਹਾ ਵੀ ਇਹ ਨਹੀਂ ਵੀ ਅਸੀਂ ਕਰ ਰਹੇ ਤੇ ਮੈਂ ਸ਼ਾਇਦ ਤਾਂ ਕਹਿ ਰਿਹਾ। ਸਾਡੀ ਤਾਂ ਕੋਈ ਪਾਠੀ ਸਭਾ ਵੀ ਨਹੀਂ, ਜਿਹੜੀ ਆਪਣੀ ਸੁਸਾਇਟੀ ਹੈ ਸਾਡੀ, ਜਿਹੜੀ ਇਕੱਲੇ ਕਰ ਰਹੇ ਸੀ। ਔਰ ਗੁਰਸਿੱਖਾਂ ਦੇ ਕਹਿਣ ਤੇ ਵੀ ਆਪਾਂ ਜਥੇਬੰਦ ਕੋਈ ਇੱਕ ਯੂਨੀਵਰਸਲ ਹੋ ਕੇ ਚੱਲੀਏ, ਤੇ ਆਪਾਂ ਬਾਬਾ ਮੱਖਣ ਸ਼ਾਹ ਦੇ ਪਰਉਪਕਾਰਾਂ ਨੂੰ ਚੇਤੇ ਕਰਦੇ, ਗੁਰੂ ਨਾਨਕ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਨੂੰ ਚੇਤੇ ਕਰਦੇ। ਇੱਕ ਸੁਸਾਇਟੀ ਬਣਾਈ ਗੁਰੂ ਲਾਧੋਰੇ, ਭਾਵ ਸੱਚੇ ਗੁਰੂ ਨੂੰ ਅਸੀਂ ਲੱਭਿਆ, ਤੇ ਜੇ ਆਪਾਂ ਸੱਚੇ ਗੁਰੂ ਨੂੰ ਲੱਭਿਆ ਭਾਵ ਉਹਦੇ ਨਾਲ ਜੁੜੇ ਆ, ਉਹਦੇ ਨਾਲ ਤੇ ਅਸੀਂ ਸੇਵਾ ਸੁਸਾਇਟੀ ਬਣਾਈ, ਗੁਰੂ ਲਾਧੋਰੇ ਸੇਵਾ ਸੁਸਾਇਟੀ। ਔਰ ਇਹ ਵੇਖੋ ਪਾਠੀ ਗ੍ਰੰਥੀ ਕੋਈ ਸਭਾ, ਇਹਦੇ 'ਚ ਅਸੀਂ ਕੋਈ ਮੈਂਬਰਸ਼ਿਪ ਨਹੀਂ ਰੱਖੀ ਮੈਂਬਰਾਂ ਦੀ। ਅਸੀਂ ਇਹ ਨਹੀਂ ਕਹਿੰਦੇ 100 ਰੁਪਏ ਦਾ ਸਾਡੇ ਕੋਲ ਕਾਰਡ, ਠੀਕ ਆ। ਪਰ ਜਿਹੜੀਆਂ ਸਭਾਵਾਂ ਬਣੀਆਂ ਉਹਨਾਂ ਨੇ ਮੈਂਬਰ ਬਣਾਏ ਨੇ, ਕੀ ਉਹ ਇਕੱਲੀਆਂ ਅਹੁਦੇਦਾਰੀਆਂ ਵਾਸਤੇ ਬਣੀਆਂ? ਘੱਟੋ ਘੱਟ ਇੱਕ ਢਾਡੀ ਸਭਾ, ਉਹ ਆਪਣੇ ਜਿਹੜੇ ਮੰਨ ਲਓ ਹੁਣ ਸਾਰੇ ਢਾਡੀ ਦੇ ਗਰੀਬ ਨਹੀਂ, ਆਪਾਂ ਨਾਂ ਨਹੀਂ ਲੈਂਦੇ, ਮੈਂ ਖੁਦ ਕਥਾਵਾਚਕ, ਸਾਰੇ ਕਥਾਵਾਚਕ ਦੇ ਗਰੀਬ ਨੇ, ਕਰੋੜਾਂ ਦੀਆਂ ਕੋਠੀਆਂ 'ਚ ਰਹਿੰਦੇ, ਸਾਰੇ ਕੀਰਤਨੀ ਕਰੋੜਾਂ ਦੀ ਉਹਨਾਂ ਕੋਲ ਜਾਇਦਾਦ। ਘੱਟੋ ਘੱਟ ਉਹ ਆਪਣੇ ਕੀਰਤਨੀਆਂ ਨੂੰ ਕਥਾਵਾਚਕ, ਢਾਡੀ, ਕਵੀਸ਼ਰ
ਜਿਹੜੇ ਉੱਪਰਲੇ ਦਰਜੇ ਦੇ ਨੇ ਉਹ ਆਪਣੇ ਜਿਹੜੇ ਥੱਲੇ ਵਾਲੇ ਬੰਦੇ ਜਿਹੜੇ ਲੋੜਵੰਦ ਨੇ ਆਪਣੀ ਸਭਾ ਦੇ ਬੰਦਿਆਂ ਨੂੰ ਆਪਣੀ ਲੈਣ ਦੇਣ ਨੂੰ ਸਾਂਭ ਲੈਣ। ਤੇ ਸਾਡੇ ਜੋ ਪਾਠੀ ਸਿੰਘ ਨੇ ਨਾ, ਵੇਖੋ ਵੀਡੀਓ ਆਪਾਂ ਵੀ ਬਣਾਉਣੇ, ਆਪਾਂ ਸਿਰਫ ਇਕੱਠੇ ਖੜ ਕੇ ਬਣਾਉਣੇ, ਸੰਗਤ ਤੱਕ ਪਹੁੰਚਾਉਂਦੇ। ਪਰ ਮੈਂ ਬੇਨਤੀ ਕਰਾਂ ਜਦੋਂ ਅਸੀਂ ਰਾਸ਼ਨ ਫੜਾ ਕੇ ਵੀਡੀਓ ਸਾਡੇ ਬੰਦਿਆਂ ਦੀ ਆਉਂਦੀ, ਮੈਨੂੰ ਤੇ ਬੜਾ ਦੁੱਖ ਕਿੱਦਾਂ ਮੰਗਦੇ ਆਉਂਗੇ ਲਾਈਨ 'ਚ ਲੱਗੇ ਨੇ ਤੇ ਬੰਦਾ ਗੱਡੀ 'ਚ ਖੜਾ ਉਹਨਾਂ ਨੂੰ ਫੜਾ ਰਿਹਾ। ਕਿੰਨੀ ਇਹ ਘਟੀਆ ਗੱਲ। ਇਹ ਨਾ ਹੁੰਦਾ ਜੇ ਸਾਡੀਆਂ ਸੁਭਾਵਾਂ ਅਜੇ ਵੀ ਜਾਗਰੂਕ ਹੋ ਜਾਣ, ਅਜੇ ਵੀ ਘੱਟੋ ਘੱਟ ਕੋਈ ਆਪਣਾ 2-2 4-4 500 ਇਕੱਠਾ ਕਰਕੇ 10-20 ਵੀ ਬੰਦਿਆਂ ਦਾ ਆਪਣੀ ਸਭਾ ਦਾ ਸ਼ਾਮਲ। ਇਸ ਲਈ ਮੇਰੇ ਮਨ 'ਚ ਇਹ ਖਿਆਲ ਆਇਆ ਤੇ ਇਹ ਇੱਕ ਹਲਾਰਾ ਦਿੱਤਾ ਜਾਏ, ਇਸ ਕਰਕੇ ਅਸੀਂ ਇਸ ਪਾਸੇ ਤੁਰੇ ਹਾਂ। ਕਹਿਣ ਤੋਂ ਭਾਵ ਇਹ ਸੇਵਾਵਾਂ ਕਰਦਿਆਂ ਗੁਰੂ ਲਾਦੂਰੇ ਸੇਵਾ ਸੁਸਾਇਟੀ ਬਣਾਉਣ ਦਾ ਇਹ ਖਿਆਲ ਉਪਜਿਆ ਸਿੰਘਾਂ ਦੇ ਸਹਿਯੋਗ ਦੇ ਨਾਲ। ਬਿਲਕੁਲ। ਤੇ ਇਹ ਗੁਰੂ ਲਾਦੋ ਸੇਵਾ ਸੁਸਾਇਟੀ ਦੇ ਤਹਿਤ ਤੁਸੀਂ ਹੋਰ ਕੀ ਕਾਰਜ ਕਰ ਰਹੇ ਆ ਇਹ ਰਾਸ਼ਨ ਤੋਂ ਇਲਾਵਾ? ਅਸੀਂ ਸਾਡੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ, ਮੇਰੀ ਅਜੇ ਵੀ ਉਹੀ ਸੋਚ ਆ। ਆਪਣਾ ਜਿਹੜਾ ਜ਼ਿਆਦਾ ਟਾਰਗੇਟ ਆ ਉਹ ਬੱਚਿਆਂ ਦਾ, ਔਰ ਬੱਚਿਆਂ ਦਾ ਅਸੀਂ ਯਤਨ ਕਰਾਂਗੇ। ਜਿਹੜੇ ਸਾਡੇ ਪਾਠੀ ਗ੍ਰੰਥੀ ਨੇ ਨਾ, ਅਸੀਂ ਇੰਨੇ ਬੱਚੇ ਉਹਨਾਂ 'ਚ ਟੈਲੈਂਟ ਵੇਖ ਰਹੇ ਪਰ ਉਹ ਪੜ੍ਹ ਨਹੀਂ ਰਹੇ। ਕਿਉਂਕਿ ਉਹਨਾਂ ਕੋਲ ਆਰਥਿਕ ਮਜਬੂਰੀਆਂ ਨੇ, ਜਿਹਦੇ ਕਰਕੇ ਅਸੀਂ ਇਹ ਕਾਰਜ ਕਰਾਂਗੇ। ਤੇ ਨਾਲ ਕੁਝ ਗ੍ਰੰਥੀ ਸਿੰਘਾਂ ਦੇ, ਜਿਵੇਂ ਮੋਗੇ ਵਿੱਚ, ਬਠਿੰਡੇ ਦੇ ਇਲਾਕੇ 'ਚ, ਇੱਕ ਸਾਡੇ ਫਿਰੋਜ਼ਪੁਰ ਦੇ ਇਲਾਕੇ 'ਚ ਕੋਈ ਮਕਾਨਾਂ ਦੀ ਸੇਵਾ ਚੱਲ ਰਹੀ। ਠੀਕ ਹੈ। ਅਸੀਂ ਮੇਨ 2 ਚੀਜ਼ਾਂ ਰੱਖਾਂਗੇ, ਬੱਚਿਆਂ ਦੀ ਪੜ੍ਹਾਈ ਤੇ ਦੂਜਾ ਜਿਹਦੇ ਕੋਲ ਮਕਾਨ ਨਹੀਂ ਹੋ ਸਕੇ, ਰਾਸ਼ਨ ਦਾ 2 ਮਹੀਨੇ ਦੀ ਖੇਡ ਹੈ। ਤੇ ਇੰਨੀਆਂ ਬੇਨਤੀਆਂ ਦੇ ਨਾਲ ਮੈਂ ਤੁਹਾਡੇ ਨਾਲ ਖਿਮਾ ਦਾ ਵੀ ਜਾਚਕਾਂ ਤੇ ਮਹਿਕ ਵਤਨ ਦੀ ਦੇ ਸਮੁੱਚੇ ਪ੍ਰਬੰਧ ਦਾ, ਤੇ ਆਪ ਜੀ ਦਾ ਭਾਈ ਸਾਧੂ ਸਿੰਘ ਜੀ ਧੰਮੂ, ਜੋ ਆਪ ਜੀ ਦੇਸ਼ਾਂ ਵਿਦੇਸ਼ਾਂ ਅੰਦਰ ਢਾਡੀ ਜਥੇ ਨੇ ਸੇਵਾ ਕਰਦੇ ਹੋ, ਮੈਂ ਆਪ ਜੀ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਆਪ ਜੀ ਦੇ ਮਾਧਿਅਮ ਰਾਹੀਂ ਇਹ ਬੇਨਤੀ ਮੈਂ ਸੰਗਤ ਤੱਕ ਕਰ ਚੁੱਕਿਆ ਤੇ ਕਰ ਸਕਿਆ, ਇਸ ਲਈ ਮੈਂ ਆਪ ਦਾ ਧੰਨਵਾਦ ਹਾਂ। ਬੇਅੰਤ ਭੁੱਲਾਂ ਹੋ ਗਈਆਂ ਉਹਨਾਂ ਦੇ ਲਈ ਮੈਂ ਆਪ ਜੀ ਤੋਂ ਖਿਮਾ ਮੰਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਮਹਿਕ ਵਤਨ ਲਾਈਵ ਟੀਵੀ ਨੂੰ ਇਹਨਾਂ ਸਮਾਂ ਦੇਣ ਦੇ ਲਈ ਪੰਥ ਦੇ ਪ੍ਰਸਿੱਧ ਵਿਦਵਾਨ ਕਥਾਵਾਚਕ ਭਾਈ ਨਿਰਮਲ ਸਿੰਘ ਧੂਰਗੁੜ, ਉਹਨਾਂ ਦਾ ਮਹਿਕ ਵਤਨ ਲਾਈਵ ਟੀਵੀ ਦੀ ਪੂਰੀ ਟੀਮ ਵੱਲੋਂ ਧੰਨਵਾਦ ਹੈ। ਅੱਗੇ ਤੋਂ ਵੀ ਆਸ ਕਰਾਂਗੇ ਫਿਰ ਆਪ ਜੀ ਦੇ ਨਾਲ ਐਸੇ ਮਹਾਨ ਵਿਦਵਾਨਾਂ ਨੂੰ ਰੂਬਰੂ ਕਰਾਉਂਦੇ ਰਹਾਂਗੇ। ਇਸ ਦੇ ਨਾਲ ਹੀ ਢਾਡੀ ਸਾਧੂ ਸਿੰਘ ਧੰਮੂ ਖਿਮਾ ਦੇ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।